Good morning, students. Today we will start next chapter, IT Act 2000. IT means Information Technology Act 2000. IT Act came into force on October 17, 2000. IT Act ਕਦੋਂ ਆਇਆ? October 17, 2000 ਦੇ ਵਿੱਚ ਆਇਆ। ਹੁਣ IT ਦਾ ਮੀਨਿੰਗ ਹੈ, ਦੇਖੋ ਆਪਾਂ ਹਰ ਇੱਕ ਟ੍ਰਾਂਜੈਕਸ਼ਨਸ ਨੇ ਜਿਹੜੀਆਂ ਉਹ ਮੈਨੂਅਲ ਟੂ ਇਲੈਕਟ੍ਰੋਨਿਕ ਜਾਂ ਫਿਰ ਇੰਟਰਨੈਟ ਫਾਰਮ ਦੇ ਵਿੱਚ ਕਰ ਰਹੇ ਆ, ਹੈ ਨਾ। ਤਾਂ ਉਸ ਦੇ ਵਿੱਚ ਕੀ ਹੈ, ਇਨਫੋਰਮੇਸ਼ਨ ਟੈਕਨੋਲੋਜੀ, ਸਾਰਾ ਕੁਝ ਕਿਸ ਥਰੂ ਹੈ? ਟੈਕਨੋਲੋਜੀ ਥਰੂ। ਜੇ ਆਪਾਂ ਈ-ਕਾਮਰਸ ਕਰ ਰਹੇ ਹਾਂ, ਇਲੈਕਟ੍ਰੋਨਿਕ ਬਾਇੰਗ ਐਂਡ ਸੈਲਿੰਗ ਕਰ ਰਹੇ ਹਾਂ ਗੁੱਡਸ ਐਂਡ ਸਰਵਿਸਿਜ਼ ਦੀ, ਤਾਂ ਉਹ ਕਿਸ ਚੀਜ਼ ਦੇ ਥਰੂ ਪੋਸੀਬਲ ਹੈ? IT ਦੇ ਥਰੂ ਪੋਸੀਬਲ ਹੈ ਨਾ, ਟੈਕਨੋਲੋਜੀ ਦੇ ਥਰੂ ਪੋਸੀਬਲ ਹੈ। ਬਟ ਇਸ ਦੇ ਵਿੱਚ ਕੀ ਸੀ, ਦੇਖੋ IT ਦੇ ਵਿੱਚ ਹੁਣ ਆਪਾਂ ਨੂੰ ਪਤਾ ਵੀ ਜਦੋਂ ਕੋਈ ਵੀ ਚੀਜ਼ ਜਿਹੜੀ ਕੰਪਿਊਟਰਾਈਜ਼ਡ ਹੋਊਗੀ ਜਾਂ ਫਿਰ ਇੰਟਰਨੈਟ ਦੇ ਥਰੂ ਹੋਗੀ, ਤਾਂ ਕਿਤੇ ਨਾ ਕਿਤੇ ਫਰੋਡਸ ਵਗੈਰਾ ਦੀ, ਹੈ ਨਾ, ਆਪਣਾ ਡਾਟਾ ਸਟੀਲ ਕਰਨ ਦੀ ਤਾਂ ਆਪਾਂ ਨੂੰ ਪੋਸੀਬਿਲਿਟੀ ਜਿਹੜੀ ਉਹ ਇਨਕਰੀਜ਼ ਹੋ ਜਾਂਦੀ ਹੈ। ਤਾਂ ਆਪਾਂ ਸਾਰੇ ਉਹ ਰੂਲਸ ਰੈਗੂਲੇਸ਼ਨਸ ਜਿਹੜੇ ਆਪਾਂ ਇਸ ਦੇ ਸੈਕਸ਼ਨਸ IT ਐਕਟ ਦੇ ਵਿੱਚ ਕਰਾਂਗੇ। ਫਸਟਲੀ ਆਪਾਂ ਕਰਾਂਗੇ IT ਐਕਟ ਹੈ ਜਿਹੜਾ ਉਸਦੇ ਓਬਜੈਕਟਿਵਸ ਕੀ ਨੇ, ਕਿ IT ਐਕਟ ਆਇਆ ਕਿਉਂ। ਹੁਣ IT ਐਕਟ 2000 ਜਿਹੜਾ ਇਸ ਦਾ ਮੇਨ ਓਬਜੈਕਟਿਵ ਕੀ ਸੀ, ਕਿ ਜੋ ਇਲੈਕਟ੍ਰੋਨਿਕ ਹੋ ਰਹੀ ਹੈ ਆਪਣੀਆਂ ਟ੍ਰਾਂਜੈਕਸ਼ਨਸ, ਉਹਨਾਂ ਨੂੰ ਪ੍ਰੋਟੈਕਸ਼ਨ ਦੇਣ ਦੇ ਲਈ, ਪ੍ਰੋਟੈਕਟ ਕਰਨ ਦੇ ਲਈ ਤਾਂ ਕਿਹੜਾ ਐਕਟ ਆਇਆ? IT ਐਕਟ ਆਇਆ। ਤਾਂ ਫਸਟ ਓਬਜੈਕਟਿਵ ਕੀ ਹੈ IT ਐਕਟ ਦਾ? To give legal recognition to any transaction which is done electronically or use of internet। ਲੀਗਲ ਰੈਕੋਗਨੀਸ਼ਨ ਦੇਣੀ, ਉਹ ਹਰ ਇੱਕ ਟ੍ਰਾਂਜੈਕਸ਼ਨ ਨੂੰ ਲੀਗਲ ਪਹਿਚਾਣ ਦੇਣੀ ਜਿਹੜੀ ਕਿਸ ਤਰ੍ਹਾਂ ਹੋ ਰਹੀ ਹੈ, ਇਲੈਕਟ੍ਰੋਨਿਕਲੀ ਹੋ ਰਹੀ ਹੈ ਜਾਂ ਫਿਰ ਇੰਟਰਨੈਟ ਦੇ ਥਰੂ ਹੋ ਰਹੀ ਹੈ। ਆਪਾਂ ਨੂੰ ਪਤਾ ਵੀ ਕੋਈ ਵੀ ਇੱਕ ਬਿਜ਼ਨਸ ਹੈ, ਭਾਵੇਂ ਛੋਟਾ ਹੈ ਨਾ, ਭਾਵੇਂ ਵੱਡਾ ਬਿਜ਼ਨਸ ਹੈ, ਡੇ ਟੂ ਡੇ ਕਿੰਨੀਆਂ ਇੱਕ ਦਿਨ ਦੇ ਵਿੱਚ ਕਿੰਨੀਆਂ ਸਾਰੀਆਂ ਟ੍ਰਾਂਜੈਕਸ਼ਨਸ ਜਿਹੜੀਆਂ ਉਹ ਔਨਲਾਈਨ ਕਰ ਲੈਂਦਾ। ਬਟ ਉਹ ਸਾਰੀਆਂ ਔਨਲਾਈਨ ਟ੍ਰਾਂਜੈਕਸ਼ਨ ਜਿਹੜੀਆਂ ਕਈ ਵਾਰ ਕੀ ਨਹੀਂ ਹੁੰਦੀਆਂ, ਸਿਕਿਉਰ ਨਹੀਂ ਹੁੰਦੀਆਂ, ਠੀਕ ਹੈ। ਤਾਂ ਉਹਨਾਂ ਨੂੰ ਪ੍ਰੋਟੈਕਸ਼ਨ ਦੇਣ ਦੇ ਲਈ, ਉਹਨਾਂ ਨੂੰ ਇੱਕ ਲੀਗਲ ਰੈਕੋਗਨੀਸ਼ਨ ਦੇਣ ਦੇ ਲਈ ਕਿਹੜਾ ਐਕਟ ਆਇਆ? IT ਐਕਟ 2000 ਆਇਆ। ਸੈਕਿੰਡ ਕੇ ਟੂ ਗਿਵ ਲੀਗਲ ਰੈਕੋਗਨੀਸ਼ਨ ਟੂ ਡਿਜੀਟਲ ਸਿਗਨੇਚਰ ਫॉर ਅਸੈਪਟਿੰਗ ਐਨੀ ਐਗਰੀਮੈਂਟ ਲਾਈਕ ਕੰਪਿਊਟਰ। ਲੀਗਲ ਰੈਕੋਗਨੀਸ਼ਨ ਦੇਣੀ ਡਿਜੀਟਲ ਸਿਗਨੇਚਰ ਨੂੰ। ਡਿਜੀਟਲ ਸਿਗਨੇਚਰ ਕੀ ਹੋ ਗਿਆ? ਔਨਲਾਈਨ ਸਿਗਨੇਚਰ। ਇਹ ਉਸ ਪਰਸਨ ਤੋਂ ਹੀ ਮਿਲ ਸਕਦਾ ਆਪਾਂ ਨੂੰ ਜਿਸਨੇ ਇਸ ਦਾ ਕੀ ਲਿਆ ਹੋਇਆ ਹੈ? ਲਾਇਸੈਂਸ ਲਿਆ ਹੋਇਆ ਹੈ। ਥਰਡ ਕੇ ਟੂ ਪ੍ਰੋਵਾਈਡ ਫੈਸਿਲਿਟੀ ਆਫ ਫਾਈਲਿੰਗ ਡਾਕੂਮੈਂਟ ਔਨਲਾਈਨ। ਆਪਾਂ ਦੇਖੋ ਕਿੱਥੇ ਡਾਕੂਮੈਂਟਸ ਜਿਹੜੇ ਆਪਾਂ ਕੀ ਕਰਦੇ ਹਾਂ? ਆਫਲਾਈਨ ਫਾਈਲਿੰਗ ਕਰਦੇ ਹਾਂ, ਹੈ ਨਾ। ਬਟ ਹੁਣ ਦੇਖੋ ਲਾਈਕ ਤੁਸੀਂ ਤੁਹਾਡੀ ਸਕੂਲ ਐਡਮਿਸ਼ਨ ਫੀਸ ਹੈ, ਉਹ ਵੀ ਤੁਸੀਂ ਕੀ ਕਰ ਸਕਦੇ ਹੋ? ਔਨਲਾਈਨ ਫੋਰਮ ਫਿਲ ਕਰਕੇ ਨਾ, ਤੁਸੀਂ ਗੂਗਲ ਪੇ ਵਗੈਰਾ ਕਰਕੇ ਫੀਸ ਸਬਮਿਟ ਕਰ ਸਕਦੇ ਹੋ, ਡਿਪੋਜ਼ਿਟ ਕਰ ਸਕਦੇ ਹੋ, ਫੋਰਮ ਵੀ ਸਬਮਿਟ ਕਰ ਸਕਦੇ ਹੋ। ਤਾਂ ਇਹ ਸਾਰੀਆਂ ਚੀਜ਼ਾਂ ਕੀ ਨੇ, ਦੇਖੋ IT ਦੇ ਅੰਡਰ ਆਉਂਦੀਆਂ ਨੇ। ਨੈਕਸਟ ਕੇ ਟੂ ਪ੍ਰੋਵਾਈਡ ਲੀਗਲ ਰੈਕੋਗਨੀਸ਼ਨ ਫਾਰ ਸਟੋਰੇਜ ਇਨ ਇਲੈਕਟ੍ਰੋਨਿਕ ਫਾਰਮੈਟ। ਕਿੰਨਾ ਸਾਰਾ ਡਾਟਾ ਜਿਹੜਾ ਆਪਣਾ ਕਿੱਥੇ ਸਟੋਰੇਜ ਕੀਤਾ ਜਾਂਦਾ ਇਲੈਕਟ੍ਰੋਨਿਕ ਫਾਰਮ ਦੇ ਵਿੱਚ। ਤੁਹਾਡੇ ਕੋਲ ਕੰਪਿਊਟਰ ਦੇਖੋ, PC ਹੈ ਨਾ ਤੁਹਾਡੇ ਜਿਹੜੇ ਹੁੰਦੇ ਨੇ ਛੋਟੇ ਛੋਟੇ, ਜਾਂ ਫਿਰ ਤੁਸੀਂ ਲੈਪਟਾਪ ਦੇ ਵਿੱਚ ਵੀ ਕਰ ਸਕਦੇ ਹੋ ਡਾਟਾ ਨੂੰ ਰਿਕਾਰਡ। ਨੈਕਸਟ ਕਿ ਟੂ ਸਟੋਪ ਕੰਪਿਊਟਰ ਕ੍ਰਾਈਮ ਐਂਡ ਪ੍ਰੋਟੈਕਟ ਪ੍ਰਾਈਵੇਸੀ ਆਫ ਇੰਟਰਨੈਟ ਯੂਜ਼ਰਸ। ਮੈਂ ਪਹਿਲਾਂ ਹੀ ਦੱਸ ਤੁਹਾਨੂੰ ਕਿ ਜਿਹੜਾ IT ਐਕਟ ਹੈ ਉਹ ਤੁਹਾਨੂੰ ਪ੍ਰੋਟੈਕਟ ਕਰਨ ਦੇ ਲਈ ਹੀ ਬਣਿਆ ਹੈ, ਕਿ ਤੁਹਾਡੀ ਜਿਹੜੀ ਇਲੈਕਟ੍ਰੋਨਿਕ ਇਨਫੋਰਮੇਸ਼ਨ ਹੈ ਉਹ ਕਿਵੇਂ ਨਾ ਕਿਵੇਂ ਕੀ ਨਾ ਹੋਵੇ, ਕੋਈ ਸੈਕਿੰਡ ਪਰਸਨ ਜਿਹੜਾ ਉਹ ਤੁਹਾਡੀ ਸਟੀਲ ਨਾ ਕਰ ਸਕੇ, ਜਾਂ ਫਿਰ ਤੁਹਾਡਾ ਡਾਟਾ, ਤੁਹਾਡਾ ਜਿਹੜਾ ਪ੍ਰਾਈਵੇਸੀ ਲਗਾਈ ਹੋਈ ਹੈ ਉਹ ਡਾਟਾ ਨੂੰ ਚੁਰਾ ਕੇ ਕਿਸੇ ਗਲਤ ਪਰਸਨ ਨੂੰ ਸੈਂਡ ਨਾ ਕਰੇ, ਹੈ ਨਾ। ਤਾਂ ਤੁਹਾਡੀ ਇਲੈਕਟ੍ਰੋਨਿਕ ਫਾਰਮੈਟ ਦੇ ਵਿੱਚ ਲੀਗਲ ਰੈਕੋਗਨੀਸ਼ਨ ਦੇਣ ਦੇ ਲਈ ਹੈ। ਨੈਕਸਟ ਕਿ ਟੂ ਸਟੋਪ ਕੰਪਿਊਟਰ ਕ੍ਰਾਈਮ ਐਂਡ ਪ੍ਰੋਟੈਕਟ ਪ੍ਰਾਈਵੇਸੀ ਆਫ ਇੰਟਰਨੈਟ ਯੂਜ਼ਰਸ। ਕੰਪਿਊਟਰ ਕ੍ਰਾਈਮਸ ਨੂੰ ਰੋਕਣ ਦੇ ਲਈ, ਜਾਂ ਫਿਰ ਜਦੋਂ ਤੁਸੀਂ ਇੰਟਰਨੈਟ ਯੂਜ਼ ਕਰਦੇ ਹੋ ਉਸ ਨੂੰ ਪ੍ਰੋਟੈਕਟ ਕਰਨ ਦੇ ਲਈ। ਨੈਕਸਟ ਕਿ ਟੂ ਗਿਵ ਲੀਗਲ ਰੈਕੋਗਨੀਸ਼ਨ ਫਾਰ ਕੀਪਿੰਗ ਬੁੱਕਸ ਆਫ ਅਕਾਊਂਟਸ ਬਾਈ ਬੈਂਕਰਸ ਐਂਡ ਅਦਰ ਕੰਪਨੀਜ਼ ਇਲੈਕਟ੍ਰੋਨਿਕ ਫਾਰਮ। ਬੁੱਕਸ ਆਫ ਅਕਾਊਂਟਸ ਜਿਹੜੇ ਦੇਖੋ ਹੁਣ ਤੁਸੀਂ ਉਹ ਵੀ ਕੀ ਕਰ ਰਹੇ ਹੋ? ਔਨਲਾਈਨ ਹੀ ਕਰ ਰਹੇ ਹੋ, ਠੀਕ ਹੈ। ਜਿਹੜਾ ਆਪਾਂ ਇੱਕ ਬਿਜ਼ਨਸ ਦੇ ਵਿੱਚ ਅਕਾਊਂਟਸ ਬਣਾਉਂਦੇ ਹਾਂ ਮੈਨੂਅਲੀ ਦੀ ਜਗ੍ਹਾ 'ਤੇ ਆਪਾਂ ਕੀ ਕਰ ਰਹੇ ਹਾਂ? ਹੁਣ ਡੇ ਟੂ ਡੇ ਟ੍ਰਾਂਜੈਕਸ਼ਨਸ ਔਨਲਾਈਨ ਕਰ ਦਿੰਦੇ ਹਾਂ। ਬੈਂਕਿੰਗ ਦੇ ਵਿੱਚ ਵੀ ਦੇਖੋ PC ਯੂਜ਼ ਹੋ ਰਹੇ ਨੇ, ਹੈ ਨਾ। ਤਾਂ ਉਸ ਚੀਜ਼ ਨੂੰ ਪ੍ਰੋਟੈਕਸ਼ਨ ਦੇਣ ਦੇ ਲਈ ਟੂ ਮੇਕ ਮੋਰ ਪਾਵਰ ਟੂ IPO, ਠੀਕ ਹੈ, ਇਨੀਸ਼ੀਅਲ ਪਬਲਿਕ ਆਫਿਸਰਸ, RBI, ਰਿਜ਼ਰਵ ਬੈਂਕ ਆਫ ਇੰਡੀਆ ਐਂਡ ਇੰਡੀਅਨ ਐਵੀਡੈਂਸ ਐਕਟ 1870 ਟੂ, ਇਹਨਾਂ ਨੂੰ ਵੀ ਪ੍ਰੋਟੈਕਸ਼ਨ ਦੇਣ ਦੇ ਲਈ ਇਹ ਸਾਰੇ ਐਕਟਸ ਨੂੰ ਵੀ, ਕਿਉਂਕਿ ਇਹ ਵੀ ਆਪਣਾ ਕੀ ਕਰ ਰਹੇ ਨੇ? ਇਲੈਕਟ੍ਰੋਨਿਕ ਡਾਟਾ ਸਟੋਰ ਕਰ ਰਹੇ ਨੇ। ਨੈਕਸਟ ਪੁਆਇੰਟ ਕੀ ਹੈ? ਟੂ ਅਮੈਂਡ ਦਾ ਇੰਡੀਅਨ ਪੈਨਲ ਕੋਡ 1860, ਇੰਡੀਅਨ ਐਵੀਡੈਂਸ ਐਕਟ 1872, ਬੈਂਕਰਸ ਐਵੀਡੈਂਸ ਐਕਟ 1891 ਐਂਡ RBI ਐਕਟ 1924। ਇਹਨਾਂ ਸਾਰੇ ਜਿਹੜੇ ਐਕਟਸ ਨੇ, RBI ਐਕਟ ਹੋ ਗਿਆ, ਇੰਡੀਅਨ ਐਵੀਡੈਂਸ ਐਕਟ ਹੋ ਗਿਆ, ਇਹਨਾਂ ਸਾਰਿਆਂ ਨੂੰ ਵੀ ਕੀ ਕੀਤਾ? RT ਨੇ ਅਮੈਂਡ ਕੀਤਾ। ਨੈਕਸਟ ਆਪਾਂ ਕੀ ਕਰਾਂਗੇ? ਇਸ ਦੀ ਕੁਛ ਹਿਸਟਰੀ ਕਰਾਂਗੇ IT ਐਕਟ ਦੀ, ਕਿਉਂਕਿ ਤਾਂ ਆਪਾਂ ਸਿਰਫ ਇੱਕ ਇੰਟਰੋਡਕਸ਼ਨ ਕੀਤੀ ਸੀ ਵੀ IT ਕਿਉਂ ਆਇਆ, ਕੀ ਇਸ ਦੇ ਓਬਜੈਕਟਿਵਸ ਨੇ। ਮੇਨ ਓਬਜੈਕਟਿਵ ਤੁਹਾਨੂੰ ਇਸ ਤੋਂ ਕੀ ਕਲੀਅਰ ਹੋਇਆ ਵੀ ਪ੍ਰੋਟੈਕਸ਼ਨ ਦੇਣ ਦੇ ਲਈ, ਜੋ ਵੀ ਆਪਾਂ ਇਲੈਕਟ੍ਰੋਨਿਕਲੀ ਕਰ ਰਹੇ ਹਾਂ ਡੇ ਟੂ ਡੇ ਟ੍ਰਾਂਜੈਕਸ਼ਨਸ, ਉਹਨਾਂ ਨੂੰ ਪ੍ਰੋਟੈਕਟ ਕਰਨ ਦੇ ਲਈ IT ਐਕਟ ਆਇਆ। ਹੁਣ ਇਸ ਦਾ ਬੈਕਗਰਾਊਂਡ ਕੀ ਹੈ, ਹਿਸਟਰੀ ਕੀ ਹੈ, ਕਿਵੇਂ ਇਹ ਜਨਰੇਟ ਹੋਇਆ। IT ਐਕਟ ਵਾਜ਼ ਬੇਸਡ ਔਨ ਈ-ਕਾਮਰਸ। ਮੈਂ ਤੁਹਾਨੂੰ ਦੱਸ ਚੁੱਕੀ ਵੀ ਤੁਹਾਡੀ ਈ-ਕਾਮਰਸ ਦੀ ਵਜ੍ਹਾ ਕਰਕੇ ਹੀ ਕੀ ਆਇਆ? IT ਆਇਆ। Attempts were made in year 1991 for introducing law pertaining to IT in India, but the IT Act 2000 was passed only in May 2000। May 2000 ਦੇ ਵਿੱਚ ਇਹ ਪਾਸ ਹੋ ਗਿਆ, ਤੇ ਇੰਪਲੀਮੈਂਟ ਫਾਈਨਲੀ ਕਦੋਂ ਫੋਰਸ ਦੇ ਵਿੱਚ ਆਇਆ? October 17, 2000 ਦੇ ਵਿੱਚ।
Next की the government of India has brought major amendments to IT Act in form of IT Act 2008। बहुत सारिया गवर्नमेंट्स की करी जा रही है, ਹੁਣ ਅਮੈਂਡਮੈਂਟਸ ਕਰੀ ਜਾ ਰਹੀ ਹੈ IT ਐਕਟ ਦੇ ਵਿੱਚ। ਨੈਕਸਟ ਕੀ ਆਪਣੇ ਕੋਲ, ਨੈਕਸਟ ਆਪਾਂ ਟੌਪਿਕ ਕਰਾਂਗੇ ਇਸ ਦਾ ਸਕੋਪ ਆਫ ਦਾ IT ਐਕਟ। ਸਕੋਪ ਮੀਨਿੰਗ ਕਿ ਵੀ ਇਸ ਦੇ ਵਿੱਚ ਕਿਹੜੀਆਂ ਕਿਹੜੀਆਂ ਚੀਜ਼ਾਂ ਐਕਸਕਲੂਡਡ ਨੇ, ਠੀਕ ਹੈ। ਫਸਟ ਪੁਆਇੰਟ ਕੀ ਹੈ, ਨੈਗੋਸ਼ੀਏਬਲ ਇੰਸਟਰੂਮੈਂਟ। ਜੋ ਨੈਗੋਸ਼ੀਏਬਲ ਇੰਸਟਰੂਮੈਂਟਸ ਨੇ ਇਹਨਾਂ ਦੀ ਪ੍ਰੋਟੈਕਸ਼ਨ ਦੇ ਲਈ ਤੁਸੀਂ ਜੇ ਇਨ ਕੇਸ ਤੁਹਾਡੇ ਤੁਸੀਂ ਦੇਖੋ ਪ੍ਰੋਮਿਸਰੀ ਨੋਟ, ਬਿਲ ਆਫ ਐਕਸਚੇਂਜ ਦੇ ਵਿੱਚ ਕਿਸੇ ਥਰਡ ਪਾਰਟੀ ਨਾਲ ਡੀਲਿੰਗ ਕਰ ਰਹੇ ਹੋ, ਤੁਹਾਨੂੰ ਕੋਈ ਕੀ ਹੋਇਆ, ਫਰੋਡ ਕਰਿਆ ਤੁਹਾਡੇ ਨਾਲ ਕਿਸੇ ਨੇ, ਹੈ ਨਾ, ਤੁਹਾਡੇ ਕੋਈ ਡਾਟਾ ਸਟੀਲ ਕਰ ਲਿਆ, ਤਾਂ ਤੁਸੀਂ IT ਐਕਟ ਦੇ ਅੰਡਰ ਜਾਂ IT ਦੇ ਅੰਡਰ ਜਿਹੜੇ ਪ੍ਰੋਵੀਜ਼ਨਸ ਬਣੇ ਤੁਹਾਨੂੰ ਸਿਕਿਉਰ ਕਰਨ ਦੇ ਲਈ, ਪ੍ਰੋਟੈਕਟ ਕਰਨ ਦੇ ਲਈ, ਉਹਨਾਂ ਨਾਲ ਤੁਸੀਂ ਬੈਨੀਫਿਟ ਨਹੀਂ ਲੈ ਸਕਦੇ, ਠੀਕ ਹੈ। ਪ੍ਰੋਮਿਸਰੀ ਨੋਟ ਦੇਖੋ ਤਿੰਨ ਹੁੰਦੇ, ਸੌਰੀ ਨੈਗੋਸ਼ੀਏਬਲ ਇੰਸਟਰੂਮੈਂਟਸ ਤਿੰਨ ਹੁੰਦੇ ਨੇ, ਪ੍ਰੋਮਿਸਰੀ ਨੋਟ, ਬਿੱਲ ਐਂਡ ਚੈੱਕ। ਤਾਂ ਤੁਹਾਡੇ ਚੈੱਕ ਹੈ ਜਿਹੜਾ ਉਸ ਦੇ ਲਈ ਤੁਸੀਂ ਕੀ ਕਰ ਸਕਦੇ ਹੋ, IT ਐਕਟ 2000 ਦੇ ਪ੍ਰੋਵੀਜ਼ਨਸ ਦਾ ਬੈਨੀਫਿਟ ਲੈ ਕੇ ਆਪਣੇ ਆਪ ਨੂੰ ਸਿਕਿਉਰ ਕਰ ਸਕਦੇ ਹੋ, ਕਿਉਂਕਿ ਚੈੱਕ ਦੇਖੋ ਕੀ ਹੋ ਗਿਆ, ਆਨਲਾਈਨ ਟ੍ਰਾਂਜੈਕਸ਼ਨਸ, ਬੈਂਕਿੰਗ ਕੀ ਯੂਜ਼ ਕਰ ਰਹੇ ਨੇ IT, ਹੈ ਨਾ, ਇਨਫੋਰਮੇਸ਼ਨ ਟੈਕਨੋਲੋਜੀ ਉਹਨਾਂ ਦੇ ਅੰਡਰ ਵੀ। ਬਟ ਨੈਗੋਸ਼ੀਏਬਲ ਇੰਸਟਰੂਮੈਂਟਸ ਲਈ ਅਲੱਗ ਤੋਂ ਐਕਟ ਬਣਿਆ 1881, ਤਾਂ ਕਰਕੇ ਨੈਗੋਸ਼ੀਏਬਲ ਇੰਸਟਰੂਮੈਂਟ ਕੀ ਨੇ, ਐਕਸਕਲੂਡਡ ਨੇ IT ਐਕਟ ਦੇ ਅੰਡਰ। ਨੈਕਸਟ ਕੀ ਹੈ, ਪਾਵਰ ਆਫ ਅਟੋਰਨੀ। ਪਾਵਰ ਆਫ ਅਟੋਰਨੀ ਵੀ ਹੋਇਆ, ਇਹ ਵੀ ਨਹੀਂ ਹੈਗਾ IT ਦੇ ਅੰਡਰ। ਟਰਸਟ ਵੀ ਨਹੀਂ ਹੈਗਾ, ਜਾਂ ਫਿਰ ਕੋਈ ਵੀ ਕੀ ਆਪਾਂ ਕਹਿ ਸਕਦੇ ਹਾਂ ਕਿ ਕੋਈ ਵੀ ਵਿਲ ਹੈ। ਵਿਲ ਮਤਲਬ ਕੀ ਹੁੰਦੇ, ਵੀ ਕੋਈ ਨਾ ਕੋਈ ਛੋਟੀ ਬਹੁਤ ਆਪਾਂ ਕੀ ਕਹਿ ਸਕਦੇ ਹਾਂ ਉਸਨੂੰ, ਟਰਸਟ ਟਾਈਪ ਹੀ ਹੁੰਦਾ ਵਿਲ ਵੀ। ਨੈਕਸਟ ਕਿ ਐਨੀ ਕੰਟਰੈਕਟ ਫॉर ਦਾ ਸੇਲ ਔਰ ਕਨਵੀਨੀਅੰਸ ਆਫ ਈਮੂਵੇਬਲ ਪ੍ਰੋਪਰਟੀ। ਕੋਈ ਵੀ ਈਮੂਵੇਬਲ ਪ੍ਰੋਪਰਟੀ ਨਾਲ ਤੁਸੀਂ ਡੀਲਿੰਗ ਕਰ ਰਹੇ ਹੋ, ਫਿਰ ਵੀ ਤੁਸੀਂ IT ਦੇ ਪ੍ਰੋਵੀਜ਼ਨਸ ਦਾ ਬੈਨੀਫਿਟ ਨਹੀਂ ਲੈ ਸਕਦੇ। ਜਾਂ ਫਿਰ ਕੋਈ ਵੀ ਕਲਾਸ ਆਫ ਡਾਕੂਮੈਂਟਸ ਜੋ ਨੋਟੀਫਾਈ ਨੇ ਸੈਂਟਰਲ ਗਵਰਨਮੈਂਟ ਦੁਆਰਾ। ਤਾਂ ਕਿਹੜੀਆਂ ਕਿਹੜੀਆਂ ਚੀਜ਼ਾਂ ਐਕਸਕਲੂਡਡ ਨੇ IT ਦੇ ਵਿੱਚੋਂ, ਵਿਲ ਹੋ ਗਿਆ, ਟਰਸਟ ਹੋ ਗਿਆ, ਨੈਗੋਸ਼ੀਏਬਲ ਇੰਸਟਰੂਮੈਂਟਸ ਹੋ ਗਿਆ, ਪਾਵਰ ਆਫ ਅਟੋਰਨੀ ਹੋ ਗਿਆ, ਈਮੂਵੇਬਲ ਪ੍ਰੋਪਰਟੀ ਦੇ ਕੰਟਰੈਕਟਸ ਹੋ ਗਏ, ਜਾਂ ਫਿਰ ਉਹ ਸਾਰੇ ਡਾਕੂਮੈਂਟਸ ਜਾਂ ਟ੍ਰਾਂਜੈਕਸ਼ਨ ਜਿਹੜੇ ਸੈਂਟਰਲ ਗਵਰਨਮੈਂਟ ਦੁਆਰਾ ਆਫੀਸ਼ੀਅਲ ਗੈਜ਼ਟ ਦੇ ਵਿੱਚ ਨੋਟੀਫਾਈ ਕੀਤੇ ਗਏ ਨੇ। ਹੁਣ ਆਫੀਸ਼ੀਅਲ ਗੈਜ਼ਟ ਕੀ ਹੁੰਦਾ, ਹੁਣ ਦੇਖੋ ਜਿਹੜਾ ਕੋਈ ਵੀ ਬਿੱਲ ਬਣਾਉਣਾ ਹੁੰਦਾ, ਦੇਖੋ ਆਪਣੇ ਕਿੰਨੇ ਸਾਰੇ ਬਿੱਲ ਬਣੇ ਨੇ, RTI ਐਕਟ ਬਣਿਆ, ਹੈ ਨਾ, LLP ਐਕਟ ਬਣਿਆ, IT ਐਕਟ ਬਣਿਆ, ਇਹ ਸਾਰੇ ਐਕਟ ਨੇ। ਦੇਖੋ ਤੁਹਾਨੂੰ ਪਤਾ ਹੈ ਪਹਿਲਾਂ ਲੋਕ ਸਭਾ ਦੇ ਵਿੱਚ ਬਣਦਾ, ਫਿਰ ਰਾਜ ਸਭਾ ਦੇ ਵਿੱਚ ਬਣਦਾ, ਫਿਰ ਪ੍ਰੈਜ਼ੀਡੈਂਟ ਉਸ ਦੇ ਉੱਪਰ ਆਪਣੀ ਅਸੈਂਟ ਦਿੰਦਾ, ਆਪਣੀ ਸਹਿਮਤੀ ਦਿੰਦਾ, ਫਿਰ ਕਿਤੇ ਜਾ ਕੇ ਬਿੱਲ ਤੋਂ ਕੀ ਬਣਦਾ, ਐਕਟ ਬਣਦਾ। ਹੁਣ ਜਦੋਂ ਬਿੱਲ ਤੋਂ ਐਕਟ ਬਣਦਾ, ਹੁਣ ਗਵਰਨਮੈਂਟ ਆਪਾਂ ਨੂੰ ਕਰਾ ਕੇ ਤੁਹਾਨੂੰ ਦੱਸਦੀ ਵੀ ਇਹ ਐਕਟ ਬਣਿਆ, ਹੈ ਨਾ, ਆਪਾਂ ਨੂੰ ਕਿੱਥੇ ਮੈਂਸ਼ਨ ਕਰਦੇ ਇੱਕ ਆਪਣੇ ਆਫੀਸ਼ੀਅਲ ਗਜ਼ਟ ਦੇ ਵਿੱਚ ਉਹਨੂੰ ਪਬਲਿਸ਼ ਕਰਦੀ ਹੈ, ਤਾਂ ਆਪਾਂ ਉੱਥੋਂ ਕੀ ਕਰਦੇ, ਆਪਾਂ ਨੂੰ ਪਤਾ ਲੱਗਦਾ ਕਿ ਇਹ ਹੁਣ ਕੀ ਹੈ, ਐਕਟ ਪਾਸ ਹੋਇਆ ਜਾਂ ਫਿਰ ਇਹ ਬਿੱਲ ਪਾਸ ਹੋਇਆ। ਤਾਂ ਉਹ ਕੀ ਹੁੰਦਾ, ਆਫੀਸ਼ੀਅਲ ਗੈਜ਼ਟ ਹੁੰਦਾ, ਜਿੱਥੇ ਉਹ ਕੀ ਕਰਦੀ ਹੈ, ਆਪਣੀ ਪਰਫੋਰਮੈਂਸ ਦੱਸਦੀ ਹੈ। ਨੈਕਸਟ ਕੀ ਨੇ, ਕੁਛ ਡੈਫੀਨੇਸ਼ਨਸ ਨੇ IT ਐਕਟ ਦੇ ਅੰਡਰ। ਫਸਟ ਕੀ ਹੈ, ਐਕਸੈਸ ਕੀ ਹੁੰਦਾ, ਕਿਸੇ ਨੂੰ ਡਾਟਾ ਪ੍ਰੋਵਾਈਡ ਕਰਨਾ, ਠੀਕ ਹੈ। ਹੁਣ ਡਾਟਾ ਕਿਸੇ ਵੀ ਫਾਰਮ ਦੇ ਵਿੱਚ ਪ੍ਰੋਵਾਈਡ ਹੋ ਸਕਦਾ, ਆਪਾਂ ਨੂੰ ਪਤਾ ਹੈ ਨਾ। ਐਕਸੈਸ ਵਿਦ ਇਟਸ ਗ੍ਰਾਮੈਟੀਕਲ ਵੇਰੀਏਸ਼ਨਸ ਐਂਡ ਕੋਗਨੈਂਟ ਐਕਸਪ੍ਰੈਸ਼ਨਸ ਮੀਨਸ ਗੇਨਿੰਗ ਐਂਟਰੀ ਇਨਟੂ ਇੰਸਟਰਕਟਿੰਗ ਔਰ ਕਮਿਊਨੀਕੇਟਿੰਗ ਵਿਦ ਦਾ ਲੌਜੀਕਲ, ਅਰਥਮੈਟੀਕਲ ਔਰ ਮੈਮਰੀ ਫੰਕਸ਼ਨਸ। ਕੰਪਿਊਟਰ ਦੇ ਵਿੱਚ ਕੀ ਕਰਦੇ ਆਪਾਂ, ਲੌਜਿਕਸ ਵੀ, ਅਰਥਮੈਟੀਕਲ ਕੈਲਕੂਲੇਸ਼ਨਸ ਵੀ ਕਰਦੇ ਹਾਂ, ਮੈਮਰੀ ਫੰਕਸ਼ਨਸ ਵੀ ਕਰਦੇ ਹਾਂ ਨਾ, ਇਹ ਤਾਂ ਇਹ ਸਾਰਾ ਕੀ ਇੱਕ ਐਕਸੈਸ ਹੈ। ਨੈਕਸਟ ਕੀ ਅਫਿਕਸਿੰਗ ਡਿਜੀਟਲ ਸਿਗਨੇਚਰ। ਡਿਜੀਟਲ ਸਿਗਨੇਚਰ ਕੀ ਹੁੰਦਾ, ਮੈਂ ਤੁਹਾਨੂੰ ਦੱਸਿਆ ਸੀ ਆਨਲਾਈਨ ਸਿਗਨੇਚਰ। ਹੁਣ ਤੁਸੀਂ ਕੋਈ ਕੋਈ ਮੈਰਿਜ ਸਰਟੀਫਿਕੇਟ ਬਣਾਉਣ ਜਾ ਰਹੇ ਹੋ, ਹੈ ਨਾ, ਕੋਈ ਬਰਥ ਸਰਟੀਫਿਕੇਟ ਬਣਾਉਣ ਜਾ ਰਹੇ ਹੋ, ਤਾਂ ਤੁਹਾਡੇ ਉੱਪਰ ਜਿਹੜੇ ਤੁਹਾਡੇ ਸਰਟੀਫਿਕੇਟ ਦੇ ਉੱਪਰ ਸਿਗਨੇਚਰ ਕਰ ਰਿਹਾ ਉਹ ਪਰਸਨ, ਉਹ ਡਿਜੀਟਲ ਸਿਗਨੇਚਰ ਕਰ ਰਿਹਾ, ਠੀਕ ਹੈ। ਉਸ ਦੇ ਕੋਲ ਕੀ ਹੈ, ਇੱਕ ਆਪਾਂ ਕਹਿ ਸਕਦੇ ਵੀ ਕਾਪੀਰਾਈਟ ਮਿਲਿਆ ਹੋਇਆ ਉਸਨੇ, ਠੀਕ ਹੈ। ਉਹ ਅਫਿਕਸ ਹੋਇਆ ਹੈ, ਰਜਿਸਟਰ ਹੋਇਆ ਹੈ ਕਿਸੇ ਐਕਟ ਦੇ ਅੰਡਰ, ਫਿਰ ਹੀ ਉਹ ਕੀ ਕਰ ਰਿਹਾ, ਤੁਹਾਡੇ ਡਾਕੂਮੈਂਟਸ ਦੇ ਉੱਪਰ ਸਟੈਂਪਿੰਗ ਕਰ ਰਿਹਾ, ਤਾਂ ਉਹ ਕੀ ਹੈ, ਡਿਜੀਟਲ ਸਿਗਨੇਚਰ ਹੈ। ਇਹ ਚੀਜ਼ ਕੀ ਹੈ ਵੀ ਕਿਸੇ ਹੋਰ ਦੇ ਕੋਈ ਆਪਾਂ ਕਹਿ ਸਕਦੇ ਹਾਂ ਨਾ ਵੀ ਜਿਵੇਂ ਡੁਪਲੀਕੇਟ ਸਰਟੀਫਿਕੇਟਸ ਵਗੈਰਾ ਬਣਾ ਲੈਂਦੇ ਲੋਕ, ਉਸ ਚੀਜ਼ ਨੂੰ ਓਵਰਕਮ ਕਰਨ ਲਈ ਕੀ ਆਇਆ, ਡਿਜੀਟਲ ਸਿਗਨੇਚਰ ਆਇਆ। ਇਟ ਮੀਨਸ ਅਡੋਪਸ਼ਨ ਆਫ ਐਨੀ ਮੈਥਡੋਲੋਜੀ ਔਰ ਪ੍ਰੋਸੀਜਰ ਬਾਈ ਪਰਸਨ ਫॉर द ਪਰਪਸ ਆਫ ਅਥੈਂਟੀਕੇਟਿੰਗ ਇਲੈਕਟ੍ਰੋਨਿਕ ਰਿਕਾਰਡ। ਕਿਸ ਚੀਜ਼ ਦੇ ਲਈ, ਅਥੈਂਟੀਕੇਸ਼ਨ ਦੇ ਲਈ, ਇਲੈਕਟ੍ਰੋਨਿਕ ਰਿਕਾਰਡਸ ਦੇ। ਨੈਕਸਟ ਕੀ ਅਸਿਮੈਟ੍ਰਿਕ ਕ੍ਰਿਪਟੋ ਸਿਸਟਮ। ਦੇਖੋ ਇੱਕ ਹੁੰਦਾ ਆਪਾਂ ਕਹਿ ਸਕਦੇ ਵੀ ਅਸਿਮੈਟ੍ਰਿਕ ਅਤੇ ਸਮੈਟ੍ਰਿਕ। ਅਸਿਮੈਟ੍ਰਿਕ ਕੀ ਹੁੰਦਾ, ਦੇਖੋ ਪ੍ਰਾਈਵੇਟ ਕੀਜ਼ ਹੁੰਦੀਆਂ ਨੇ ਦੋ। ਹੁਣ ਤੁਸੀਂ PC 'ਤੇ ਕੰਮ ਕਰ ਰਹੇ ਹੋ, ਠੀਕ ਹੈ, ਤੁਸੀਂ ਕਿਸੇ ਕੰਪਨੀ ਦੇ ਵਿੱਚ ਜੋਬ ਕਰ ਰਹੇ ਹੋ, ਕਿਸੇ ਬੈਂਕ ਦੇ ਵਿੱਚ ਜੋਬ ਕਰ ਰਹੇ ਹੋ, ਤੁਹਾਡਾ PC ਤੁਹਾਡੇ ਸਾਹਮਣੇ ਹੈ, ਠੀਕ ਹੈ। ਤੁਸੀਂ ਤੁਹਾਡੇ ਨਾਲ ਵਾਲੇ ਪਰਸਨ ਨੂੰ ਡਾਟਾ ਦੇਣਾ, ਤੁਸੀਂ ਇਹ ਵੀ ਚਾਹੁੰਦੇ ਹੋ ਵੀ ਸਿਰਫ ਹੀ ਮੇਰਾ ਡਾਟਾ ਜਿਹੜਾ ਉਹ ਨਾਲ ਵਾਲੇ ਪਰਸਨ ਕੋਲ ਹੀ ਜਾਵੇ, ਕੋਈ ਥਰਡ ਪਾਰਟੀ ਆ ਕੇ ਮੇਰੀ ਇਹ ਇਨਫੋਰਮੇਸ਼ਨ ਕੀ ਨਾ ਕਰ ਸਕੇ, ਰਿਸੀਵ ਨਾ ਕਰ ਸਕੇ। ਤਾਂ ਤੁਸੀਂ ਉੱਥੇ ਕੀ ਲਗਾ ਲੈਂਦੇ ਹੋ, ਕ੍ਰਿਪਟੋ ਸਿਸਟਮ ਲਗਾ ਲੈਂਦੇ ਹੋ, ਠੀਕ ਹੈ। ਤੁਸੀਂ ਦੋ ਕੀਜ਼ ਯੂਜ਼ ਕਰ ਲੈਂਦੇ ਹੋ, ਤਾਂ ਇੱਕ ਤੁਸੀਂ ਕੀ ਸੈਂਡ ਕਰਦੇ ਹੋ, ਦੂਜੇ ਕੋਲ ਡਾਟਾ ਸਿਰਫ ਉਹੀ ਫਾਰਮ ਦੇ ਵਿੱਚ ਜਾਏਗਾ ਜਿਹੜਾ ਤੁਸੀਂ ਉਸਨੂੰ ਸੈਂਡ ਕੀਤਾ, ਠੀਕ ਹੈ। ਕ੍ਰਿਪਟੋ ਇਹ ਹੁੰਦਾ ਵੀ ਇੱਕ ਆਪਾਂ ਕਹਿ ਸਕਦੇ ਵੀ ਕੋਡ ਲੈਂਗੁਏਜ ਯੂਜ਼ ਕਰਨਾ, ਜਿਹੜੀ ਤੁਹਾਡੇ ਨਾਲ ਵਾਲੇ ਨੂੰ ਵੀ ਸਮਝ ਆਵੇ, ਸਿਰਫ ਥਰਡ ਪਾਰਟੀ ਨੂੰ ਨਾ ਸਮਝ ਆਵੇ। ਤਾਂ ਕ੍ਰਿਪਟੋ ਸਿਸਟਮ ਕੀ ਹੈ, ਸਿਸਟਮ ਆਫ ਸਿਕਿਉਰ ਕੀਪੀਅਰ
ਕੰਸਿਸਟਿੰਗ ਆਫ ਪ੍ਰਾਈਵੇਟ ਕੀ ਫॉर ਕ੍ਰੀਏਟਿੰਗ ਡਿਜੀਟਲ ਸਿਗਨੇਚਰ। ਪ੍ਰਾਈਵੇਟ ਕੀ ਕਿਸ ਚੀਜ਼ ਦੇ ਲਈ ਹੈ, ਡਿਜੀਟਲ ਸਿਗਨੇਚਰ ਨੂੰ ਕ੍ਰੀਏਟ ਕਰਨ ਦੇ ਲਈ, ਤੇ ਪਬਲਿਕ ਕੀ ਕਿਸ ਚੀਜ਼ ਦੇ ਲਈ ਹੁੰਦੀ ਹੈ, ਡਿਜੀਟਲ ਸਿਗਨੇਚਰ ਨੂੰ ਵੈਰੀਫਾਈ ਕਰਨ ਦੇ ਲਈ। ਤਾਂ ਕੀ ਇਸ ਦਾ ਮਤਲਬ ਕੀ ਹੈ ਵੀ ਤੁਸੀਂ ਸਿਰਫ ਉਸ ਪਰਸਨ ਨੂੰ ਹੀ ਆਪਣੀ ਕੋਡ ਲੈਂਗੁਏਜ ਦੇ ਵਿੱਚ ਡਾਟਾ ਟ੍ਰਾਂਸਫਰ ਕਰ ਰਹੇ ਹੋ ਜਿਸ ਨੂੰ ਤੁਸੀਂ ਕਰਨਾ ਚਾਹੁੰਦੇ ਹੋ। ਨੈਕਸਟ ਕੀ ਕੰਪਿਊਟਰ। ਕੰਪਿਊਟਰ ਤੁਹਾਨੂੰ ਪਤਾ ਹੀ ਹੈ ਨਾ, ਇਨਪੁਟਸ ਆਊਟਪੁਟਸ ਵਾਲਾ ਪ੍ਰੋਸੈਸ ਹੋ ਗਿਆ। ਨੈਕਸਟ ਕੀ ਕੰਪਿਊਟਰ ਸਿਸਟਮ। ਕੰਪਿਊਟਰ ਸਿਸਟਮ ਤੁਸੀਂ ਕਿੰਨੀਆਂ ਸਾਰੀਆਂ ਡਿਵਾਈਸਿਸ ਯੂਜ਼ ਕਰਦੇ ਹੋ, ਫਿਰ ਤੁਸੀਂ ਕੀ ਕਰਦੇ ਹੋ, ਆਪਣਾ ਡਾਟਾ ਰਿਕਾਰਡ ਕਰਦੇ ਹੋ। ਨੈਕਸਟ ਕੀ ਆ ਗਿਆ ਡਿਜੀਟਲ ਸਿਗਨੇਚਰ। ਤੁਹਾਨੂੰ ਮੈਂ ਦੱਸ ਚੁੱਕੀ ਵੀ ਇਲੈਕਟ੍ਰੋਨਿਕ ਰਿਕਾਰਡਸ ਨੂੰ ਅਥੈਂਟੀਕੇਟ ਕਰਨ ਦੇ ਲਈ ਇੱਕ ਸਬਸਕ੍ਰਾਈਬਰ ਜਿਹੜਾ ਉਹ ਕੀ ਕਰਦਾ, ਇਲੈਕਟ੍ਰੋਨਿਕ ਮੈਥਡ ਯੂਜ਼ ਕਰਦਾ। ਇਲੈਕਟ੍ਰੋਨਿਕ ਰਿਕਾਰਡ ਕੀ ਹੋ ਸਕਦਾ, ਕੋਈ ਵੀ ਇਮੇਜ, ਕੋਈ ਵੀਡੀਓ, ਕੋਈ ਫਾਈਲਸ ਹੋ ਸਕਦੀਆਂ ਨੇ ਇਲੈਕਟ੍ਰੋਨਿਕ ਫਾਰਮ ਦੇ ਵਿੱਚ। ਓਰੀਜੀਨੇਟਰ। ਓਰੀਜੀਨੇਟਰ ਕੌਣ ਹੈ, ਜਿਹੜਾ ਡਾਟਾ ਸੈਂਡ ਕਰ ਰਿਹਾ ਹੈ। ਹੁਣ ਦੇਖੋ ਵਟਸਐਪ 'ਤੇ ਤੁਸੀਂ ਕਿਸੇ ਨੂੰ ਮੈਸੇਜ ਸੈਂਡ ਕਰਦੇ ਹੋ ਨਾ, ਕੋਈ ਨੋਟਿਸ ਸੈਂਡ ਕਰਦੇ ਹੋ। ਹੁਣ ਜਦੋਂ ਤਾਂ ਤੁਸੀਂ ਖੁਦ ਲਿਖਦੇ ਹੋ ਤਾਂ ਤੁਸੀਂ ਓਰੀਜੀਨੇਟਰ ਹੋ। ਕਈ ਵਾਰ ਤੁਸੀਂ ਕੀ ਕਰਦੇ ਹੋ, ਅੱਗੇ ਤੋਂ ਅੱਗੇ ਆਈ ਇਨਫੋਰਮੇਸ਼ਨ ਹੈ ਨਾ ਫਾਰਵਰਡ ਕਰੀ ਜਾਂਦਾ, ਉੱਪਰ ਆ ਜਾਂਦਾ ਫਾਰਵਰਡ, ਤਾਂ ਮਤਲਬ ਤੁਸੀਂ ਉਸਦੇ ਓਰੀਜੀਨੇਟਰ ਨਹੀਂ ਹੈਗੇ, ਤੁਸੀਂ ਉਸ ਚੀਜ਼ ਦੇ ਓਰੀਜਨਲ ਸੈਂਡਰ ਨਹੀਂ ਹੈਗੇ। ਜਦੋਂ ਤੁਸੀਂ ਖੁਦ ਮੈਸੇਜ ਟਾਈਪ ਕਰਕੇ ਸੈਂਡ ਕਰਦੇ ਹੋ ਤਾਂ ਤੁਸੀਂ ਕੀ ਬਣ ਜਾਂਦੇ ਹੋ, ਓਰੀਜੀਨੇਟਰ ਬਣ ਜਾਂਦੇ ਹੋ। ਇਟ ਮੀਨਸ ਅ ਪਰਸਨ ਹੂ ਸੈਂਡ, ਜਨਰੇਟ, ਸਟੋਰ ਔਰ ਟ੍ਰਾਂਸਮਿਟ ਐਨੀ ਇਲੈਕਟ੍ਰੋਨਿਕ ਮੈਸੇਜ। ਓਰੀਜੀਨੇਟਰ ਕੌਣ ਹੈ, ਜੋ ਸੈਂਡ ਕਰ ਰਿਹਾ ਹੈ, ਸਟੋਰ ਕਰ ਰਿਹਾ ਅਤੇ ਜਨਰੇਟ ਕਰ ਰਿਹਾ ਹੈ ਕੋਈ ਇਨਫੋਰਮੇਸ਼ਨ। ਡਿਜੀਟਲ ਸਿਗਨੇਚਰ ਬਾਰੇ ਆਪਾਂ ਗੱਲ ਕਰ ਚੁੱਕੇ ਹਾਂ। ਹੁਣ ਆਪਾਂ ਕਰਾਂਗੇ ਡਿਟੇਲ ਦੇ ਵਿੱਚ ਵੀ ਡਿਜੀਟਲ ਸਿਗਨੇਚਰ ਹੈ ਕੀ ਹੈ। ਵਾਟ ਇਜ਼ ਡਿਜੀਟਲ ਸਿਗਨੇਚਰ? Digital signature means it takes the concept of traditional paper-based signing and turns it into an electronic fingerprint. This fingerprint or coded message is unique to both the document and the signer and binds both them together. मैं तुहानू की किया सी भी तुसी कोई सर्टिफिकेट बनाना तो जो तुहानू पर्सन सर्टिफिकेट बना के दे रहा वो की करेगा, उसके उपर डिजिटल सिग्नेचर है जिहड़े वो करेगा, ना कि मैनुअल सिग्नेचर, क्योंकि उस नाल की हो जाती है, एक अथेंटिकेशन हो जाती है। ठीक है, सो डिजिटल सिग्नेचर इंश्योर्स द अथेंटिसिटी ऑफ द साइनर। जो साइनर साइन कर रहे हैं उसकी की है, अथेंटिसिटी है। एनी चेंज मेड टू डॉक्यूमेंट आफ्टर इट इज साइंड इनवैलिड द सिग्नेचर, सो इट प्रोटेक्ट अगेंस्ट सिग्नेचर फॉरगरी। फॉरगरी की होंगे भी जो जोड़े झूठे परसनस होंगे ने है ना, फ्रॉडली परसन होंगे, उन्होंने चीज़ों के लिए की कर रहे हैं, प्रोटेक्ट कर रहे हैं। तो हू इशू डिजिटल सिग्नेचर। सर्टिफाइंग अथॉरिटी जी की कर सकती है, डिजिटल सिग्नेचर जी इशू करती है। हुण तुसीं कोई सर्टिफिकेट वगैरह बना तुहाडा काम है, तुहाडा प्रोफैशन है, तो तुहानूं उस चीज़ लिए पहलां की करना पएगा, सर्टिफाइंग अथॉरिटी तो की लैणे पैणगे, डिजिटल सिग्नेचर लैना पएगा। तो आपां नैक्सट क्लास दे विच करांगे नैक्सट टॉपिक। थैंक यू।